जी आयां नूं प्यारे विद्यार्थियों, इस वीडियो ਵਿੱਚ ਅਸੀਂ ਫ੍ਰੈਕਸ਼ਨਸ ਅਤੇ ਫ੍ਰੈਕਸ਼ਨਸ ਨੂੰ ਜੋੜਨਾ ਅਤੇ ਘਟਾਉਣਾ ਸਿੱਖਾਂਗੇ। ਵੀ ਆਰ ਗੋਇੰਗ ਟੂ ਲਰਨ ਅਬਾਊਟ ਫ੍ਰੈਕਸ਼ਨਸ ਐਂਡ ਹਾਊ ਟੂ ਐਡ ਐਂਡ ਸਬਟਰੈਕਟ them। ਅਸਲ ਵਿੱਚ ਆਸਟ੍ਰੇਲੀਆ ਸਿਡਨੀ ਵਿੱਚ ਰਹਿੰਦੀ ਮੇਰੀ ਭਤੀਜੀ ਨੇ ਮੈਨੂੰ ਫੋਨ ਕੀਤਾ ਕਿ ਤਾਇਆ ਜੀ ਮੈਨੂੰ ਫ੍ਰੈਕਸ਼ਨਸ ਵਿੱਚ ਥੋੜ੍ਹੀ ਤੰਗੀ ਆ ਰਹੀ ਹੈ, ਮੈਨੂੰ ਪਤਾ ਨਹੀਂ ਲੱਗਦਾ ਮੈਂ ਉਹਨਾਂ ਨੂੰ ਕਿਵੇਂ ਘਟਾਵਾਂ ਅਤੇ ਕਿਵੇਂ ਜੋੜਾਂ। ਸੋ ਉਹਦਾ ਨਤੀਜਾ ਨਿਕਲਿਆ ਕੀ ਹੈ, ਮੈਂ ਵੀਡੀਓ ਬਣਾ ਰਿਹਾ ਕਿਉਂਕਿ ਫੋਨ 'ਤੇ ਪੂਰੀ ਤਰ੍ਹਾਂ ਗੱਲ ਮੈਂ ਉਹਨੂੰ ਸਮਝਾ ਨਹੀਂ ਪਾ ਰਿਹਾ ਸੀਗਾ ਅਤੇ ਮੈਂ ਸੋਚਿਆ ਵੀਡੀਓ ਬਣਾ ਦਿੰਦਾ ਅਤੇ ਵਧੀਆ ਹੋ ਗਿਆ ਕਿ ਇਟ ਇਜ਼ ਇਨ 2 ਮੀਡੀਆ ਨਾਓ, ਪੰਜਾਬੀ ਮੀਡੀਅਮ 'ਚ ਵੀ ਹੈਗਾ ਅਤੇ ਇੰਗਲਿਸ਼ ਮੀਡੀਅਮ ਵਿੱਚ ਵੀ ਹੈਗਾ। ਸੋ ਜਿਹੜੇ ਸਾਰੇ ਆਪਣੇ ਬੱਚੇ ਨੇ ਪੰਜਾਬੀ, ਚਾਹੇ ਇੰਗਲਿਸ਼ ਮੀਡੀਅਮ 'ਚ ਪੜ੍ਹਦੇ ਹੋਣ ਜਾਂ ਉਹ ਪੰਜਾਬੀ ਮੀਡੀਅਮ 'ਚ ਪੜ੍ਹਦੇ ਹੋਣ, ਇਹਦਾ ਲਾਹਾ ਲੈ ਸਕਦੇ ਨੇ। ਸੋ ਆਓ ਸ਼ੁਰੂ ਕਰੀਏ। ਤੁਸੀਂ ਆਪਣੀ ਨੋਟਬੁੱਕਸ ਖੋਲ੍ਹ ਲੈਣੀ ਹੈ ਅਤੇ ਜਿਹੜੀ ਇਹ 'ਚ ਇੰਸਟਰਕਸ਼ਨਸ ਦਿੱਤੀਆਂ ਗਈਆਂ, ਐਗਜ਼ਾਮਪਲ ਦਿੱਤੇ ਗਏ ਨੇ, ਉਹਨਾਂ ਨੂੰ ਤੁਸੀਂ ਨੋਟ ਕਰ ਲੈਣਾ ਅਤੇ ਨਾਲ ਫਿਰ ਆਪਣੀ ਕਿਤਾਬ 'ਚੋਂ ਕੱਢ ਕੇ ਤੁਸੀਂ ਉਹਦੀ ਹੋਰ ਜਿਹੜੇ ਸਵਾਲ ਦਿੱਤੇ ਹੋਏ ਨੇ ਉਹਦਾ ਪ੍ਰੈਕਟਿਸ ਕਰਨੀ ਹੈ। ਪਿਨ ਫ੍ਰੈਕਸ਼ਨ, what is it? A number representing part of a whole is known as fraction. The whole may be represented by a single object or a group of objects. ਸੋ ਫ੍ਰੈਕਸ਼ਨ ਨੂੰ ਅਸੀਂ ਪਿਨ ਕਹਿੰਦੇ ਆ ਅਤੇ ਉਹ ਸੰਖਿਆ ਜੋ ਪੂਰਨ ਦਾ ਹਿੱਸਾ ਦਰਸਾਏ, ਮਤਲਬ ਕਿ ਪੂਰੀ ਨਾ ਹੋਵੇ, ਉਹਦਾ ਕੁਝ ਹਿੱਸਾ ਦੱਸੇ, ਉਹਨੂੰ ਕਿਹਾ ਜਾਂਦਾ ਹੈ ਪਿਨ। ਆਓ ਅਸੀਂ ਇਹਨੂੰ ਉਹਦੇ ਨਾਲ ਸਮਝਾਂਗੇ, ਕੁਝ ਤਸਵੀਰਾਂ ਦੇ ਨਾਲ ਸਮਝਦੇ ਹਾਂ। For example, 3/8 is a fraction and is read as 3/8, ਅਰਥਾਤ 3/8 ਇੱਕ ਭਿੰਨ ਹੈ ਅਤੇ ਇਹਨੂੰ ਅਸੀਂ ਪੜ੍ਹਦੇ ਹਾਂ 3/8 ਨੂੰ ਪੜ੍ਹਦੇ ਹਾਂ 3/8 ਕਰਕੇ ਪੜ੍ਹਾਂਗੇ, ਠੀਕ ਹੈ ਨਾ। 3/8 ਨੂੰ 3/8, 1/5 ਨੂੰ ਪੜ੍ਹਾਂਗੇ 1/5, 2/5 ਨੂੰ ਪੜ੍ਹਾਂਗੇ 2/5 ਜਾਂ 2/5, ਠੀਕ ਹੈ, ਇਸ ਤਰ੍ਹਾਂ। ਸੋ ਦਿਸ ਮੀਨਸ ਦੈਟ 3 parts out of the equal 8 parts into which the whole is divided. So 3/8 ਦਾ ਮਤਲਬ ਹੈਗਾ something, anything or a group of something is divided into 8 equal parts and we are talking about 3 of those equal parts, or we take out 3 equal parts of those 8 parts into which that object or that whole thing has been divided. ਅਗਲੀ ਗੱਲ ਧਿਆਨ ਰੱਖਣ ਵਾਲੀ ਹੈ ਕਿ ਨੰਬਰ ਰਿਟਨ ਬਿਲੋ, in this case 8 ਜਿਹੜਾ 8 ਹੈਗਾ, any number which is written below the line is known as denominator, ਇਹਨੂੰ ਹਰ ਕਹਿੰਦੇ ਨੇ। ਜਿਹੜਾ ਨੰਬਰ ਥੱਲੇ ਲਿਖਿਆ ਜਾਂਦਾ ਲਾਈਨ ਦੇ ਥੱਲੇ, ਉਹਨੂੰ ਕਹਿੰਦੇ ਨੇ ਹਰ। and the number written above, in this case 3, ਇਹ ਕੋਲ 3 ਹੈਗਾ, is known as numerator, ਇਹ ਯਾਦ ਰੱਖਣਾ ਹੈ। D for down, D for denominator, ਇਹ ਚੇਤਾ ਰੱਖਣਾ ਹੈ। ਜਿਹੜੀ ਸੰਖਿਆ ਥੱਲੇ ਲਿਖੀ ਜਾਂਦੀ ਹੈ ਉਹਨੂੰ ਕਿਹਾ ਜਾਂਦਾ ਹੈ ਡਿਨੋਮੀਨੇਟਰ ਜਾਂ ਹਰ, ਠੀਕ ਹੈ, ਅਤੇ ਜਿਹੜੀ ਸੰਖਿਆ ਉੱਪਰ ਲਿਖੀ ਜਾਂਦੀ ਹੈ ਉਹਨੂੰ ਕਿਹਾ ਜਾਂਦਾ ਨਿਊਮਰੇਟਰ ਜਾਂ ਅੰਸ਼, ਠੀਕ ਹੈ। ਆਓ ਹੁਣ ਅੱਗੇ ਚਲੀਏ। ਸੋ ਦਿਸ ਇਜ਼ ਐਨ ਐਗਜ਼ਾਮਪਲ, ਵੀ ਹੈਵ ਅ ਬਾਕਸ ਹੇਅਰ, ਰੈਕਟੈਂਗੂਲਰ ਬਾਕਸ which is divided into 8 equal parts, 1 2 3 4 5 6 7 8. Now the blue color, it represents 1/8 because we have taken out one part out of the 8 parts, so it's 1/8. Let's see some more examples. Now blue color represents 1 2 3 and how many equal parts are there? 8 equal parts, so it represents 3/8. ਸੋ ਜਿਹੜਾ ਨੀਲਾ ਰੰਗ ਹੈ ਇਹ ਦਰਸਾਉਂਦਾ ਹੈ ਕਿ ਇਹ 3/8 ਹੈ। ਆਓ ਅੱਗੇ ਚਲੀਏ। ਹੁਣ ਨੀਲਾ ਰੰਗ ਦਰਸਾਉਂਦਾ ਕਿੰਨੇ? 1 2 3 4 5, 5/8 ਦਰਸਾ ਰਿਹਾ। ਸੋ ਬਲੂ ਕਲਰ ਇਜ਼ ਰਿਪਰੈਜ਼ੈਂਟਿੰਗ 5/8 in this case. One more example. Okay, so we have a hexagon, 6 ਭੁਜੀ ਹੈਗਾ ਸਾਡੇ ਕੋਲ, ਇੱਕ ਤਸਵੀਰ ਹੈਗੀ ਹੈ, ਇੱਕ ਆਪਣਾ ਆਕਾਰ ਹੈਗਾ, ਇਟਸ ਅ hexagonal figure. It is divided into 6 equal parts, 1 2 3 4 5 and 6, and the green color represents only 1, so it is 1/6. the green color जो हरा रंग है वो 1/6 दर्शाता है। इत्थे हरा रंग 2/6 दर्शाता है, 2/6. so 2/6 is further reduced to 1/3. why? because 2 is divisible by 2 and 6 is divisible by 2, so 2 1 the 2 and 2 3 the 6, so 2/6 becomes 1/3. so green color represents 2/6 and also we can say it represents 1/3. Okay, now again the green color represents 3/6, or we can say 3 1 the 1, 3 1 the 3, 3 2 the 6, 1/2. Last example, now the green color representing
1 2 3 4 5 5/6। सो इस तरह प्यारे बच्चों we can understand what a fraction is। ਭਿੰਨ ਕੀ ਹੁੰਦੀ ਹੈ? ਭਿੰਨ ਪੂਰਨ ਸੰਖਿਆ ਨਹੀਂ ਹੁੰਦੀ, ਉਹ ਇੱਕ ਹੋਲ ਦਾ ਪੂਰਨ ਦਾ ਕੁਝ ਹਿੱਸਾ ਦਰਸਾਉਂਦੀ ਹੈ। It shows the part of the whole as we have seen in these few examples। Okay, now we have a variety of fractions and we must understand what is their definition and what are their types। So first one is proper fraction। Okay, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਉਚਿਤ ਭਿੰਨ। ਇਹ ਕਿਹੜੀ ਹੁੰਦੀ ਹੈ? A fraction in which the numerator ਅੰਸ਼ ਜਿਹੜਾ ਉੱਪਰਲੀ ਸੰਖਿਆ is less than the denominator ਹਰ is known as a proper fraction। ਠੀਕ ਹੈ, ਇਹ ਯਾਦ ਰੱਖਣਾ ਹੈ। ਕੋਈ ਵੀ ਭਿੰਨ ਜਿਹਦੇ ਵਿੱਚ ਅੰਸ਼ ਅਰਥਾਤ ਉੱਪਰਲੀ ਸੰਖਿਆ ਹਰ ਤੋਂ ਛੋਟੀ ਹੋਵੇ ਉਹ ਭਿੰਨ ਉਚਿਤ ਭਿੰਨ ਅਖਵਾਉਂਦੀ ਹੈ। A fraction in which numerator is smaller than less than the denominator is known as a proper fraction। So examples are 1/3, 1 is less than 3, 3/7, 3 is less than 7, 11/15, 11 is less than 15, 5/13, 5 is less than 13। Like that there are infinite proper fractions। So I suggest to the students, think of few more proper fractions and try to write them down on your notebook। ਆਪਣੀ ਨੋਟਬੁੱਕ ਤੇ ਲਿਖਣ ਦੀ ਕੋਸ਼ਿਸ਼ ਕਰੋ ਕੁਝ ਉਦਾਹਰਨਾਂ ਉਚਿਤ ਭਿੰਨਾਂ ਦੀਆਂ। ਇਹਦੇ ਉਦਾਹਰਣ ਰਾਹੀਂ ਤੁਸੀਂ ਸਮਝ ਕੇ ਖਿਆਲ ਇਹ ਰੱਖਣਾ ਹੈ ਕਿ ਜਿਹੜਾ ਅੰਸ਼ ਹੈਗਾ ਉਹ ਹਰ ਤੋਂ ਛੋਟਾ ਹੋਣਾ ਚਾਹੀਦਾ ਹੈ। ਕੋਈ ਵੀ ਸੰਖਿਆ ਲੈ ਲਓ ਤੇ ਤੁਸੀਂ ਇਸ ਤਰ੍ਹਾਂ ਪ੍ਰੋਪਰ ਫ੍ਰੈਕਸ਼ਨ ਉਚਿਤ ਭਿੰਨ ਬਣਾਉਣ ਦੀ ਕੋਸ਼ਿਸ਼ ਕਰੋ। ਅਗਲਾ ਆ ਗਿਆ ਇਹਦਾ ਉਲਟਾ ਇੰਪ੍ਰੋਪਰ ਫ੍ਰੈਕਸ਼ਨ। ਇੰਪ੍ਰੋਪਰ ਫ੍ਰੈਕਸ਼ਨ ਅਣਉਚਿਤ, ਉਲਟਾ ਅਣਉਚਿਤ ਭਿੰਨ। ਇਹ ਬਿਲਕੁਲ ਉਲਟੀ ਚੀਜ਼ ਹੈ। A fraction in which the numerator is more than the denominator is known as an improper fraction। ਅਰਥਾਤ ਉਹ ਭਿੰਨ ਜਿਹਦੇ ਵਿੱਚ ਅੰਸ਼ ਹਰ ਤੋਂ ਵੱਡਾ ਹੋਵੇ ਉਹਨੂੰ ਕਿਹਾ ਜਾਂਦਾ ਹੈ ਅਣਉਚਿਤ ਭਿੰਨ। Fraction in which numerator is more, so just one condition is this। So example ਦੇਖ ਲਈਏ 5/3 5/3 5 3 ਤੋਂ ਜ਼ਿਆਦਾ ਹੈ। 11/7 11 is more than 7, 31/15 31 is more than 15, 14/13 14 is more than 13। ਸੋ ਜਿਹੜੀ ਉੱਪਰਲੀ ਸੰਖਿਆ ਹੈ ਉਹ ਥੱਲੇ ਵਾਲੀ ਸੰਖਿਆ ਤੋਂ ਵੱਡੀ ਹੋਵੇ ਤੇ ਉਸ ਫ੍ਰੈਕਸ਼ਨ ਨੂੰ ਕਿਹਾ ਜਾਂਦਾ ਹੈ ਇੰਪ੍ਰੋਪਰ ਫ੍ਰੈਕਸ਼ਨ। ਲਾਈਕ ਪ੍ਰੋਪਰ ਫ੍ਰੈਕਸ਼ਨ there are infinite improper fractions। again I suggest to the students, ਮੈਂ ਵਿਦਿਆਰਥੀ ਨੂੰ ਸਲਾਹ ਦਿੰਦਾ ਕਿ ਤੁਸੀਂ ਆਪਣੇ ਵੱਲੋਂ ਕੁਛ ਨਾ ਕੁਛ ਥੋੜ੍ਹੀਆਂ ਬਹੁਤ ਅਣਉਚਿਤ ਭਿੰਨਾਂ ਲਿਖਣ ਦੀ ਕੋਸ਼ਿਸ਼ ਕਰੋ ਆਪਣੀ ਨੋਟਬੁੱਕ ਤੇ। try to write down few more improper fractions on your own। make sure this condition is satisfied that the numerator is more than the denominator। now like fractions, like fractions समान भिन्न। fractions with same denominators are known as like fractions। that's all, just remember this। ਅਗਰ ਕੋਈ ਭਿੰਨਾਂ ਦਾ ਹਰ ਇੱਕੋ ਜਿਹਾ ਹੋਵੇ ਤੇ ਉਹਨਾਂ ਭਿੰਨਾਂ ਨੂੰ ਸਮਾਨ ਭਿੰਨ ਕਿਹਾ ਜਾਂਦਾ ਹੈ। ਬਸ ਇਹ ਗੱਲ ਦਾ ਖਿਆਲ। ਅਰਥਾਤ ਥੱਲੇ ਵਾਲੀ ਸੰਖਿਆ ਇੱਕੋ ਹੋਵੇ। ਹੁਣ ਦੇਖੋ 1/3 2/3 ਇਹ ਵੀ 3 ਹੈਗਾ ਇਹ ਵੀ 3 ਹੈ। ਸੋ ਦੇ ਆਰ ਲਾਈਕ ਫ੍ਰੈਕਸ਼ਨਸ। ਇਸੇ ਤਰ੍ਹਾਂ 1/7 2/7 3/7 4/7 5/7 6/7 ਇਹ ਵੀ 7 7 7 7 7 7 ਦੇ ਆਰ ਆਲ ਲਾਈਕ ਫ੍ਰੈਕਸ਼ਨਸ। ਇਹ ਸਾਰੀਆਂ ਸਮਾਨ ਭਿੰਨਾਂ ਹਨ। ਜੇ ਕਿਸੇ ਵੀ ਭਿੰਨ ਵਿੱਚ ਹਰ ਇੱਕੋ ਜਿਹਾ ਹੋਵੇ ਇੱਕੋ ਹੀ ਸੰਖਿਆ ਹੋਵੇ ਤੇ ਉਸ ਭਿੰਨਾਂ ਨੂੰ ਉਹ ਦੋ ਜਾਂ ਦੋ ਤੋਂ ਵੱਧ ਭਿੰਨਾਂ ਨੂੰ ਕਿਹਾ ਜਾਂਦਾ ਹੈ ਸਮਾਨ ਭਿੰਨ ਲਾਈਕ ਫ੍ਰੈਕਸ਼ਨਸ। ਆਓ ਅੱਗੇ ਚਲੀਏ। अनलाइक fractions बिल्कुल उसका उल्टा हो गया असमान भिन्न। fractions with different denominators are known as unlike fractions। so simple। जो like fraction की परिभाषा से उसका उल्टा कर दो। if the denominators are not same then they are unlike fractions। अगर भिन्नां दे हर ਵੱਖਰੇ ਵੱਖਰੇ ਹਨ ਤੇ ਉਹ ਅਸਮਾਨ ਭਿੰਨਾਂ ਹਨ। for example 1/3 2/5। now 3 is different from 5 so they are unlike fractions। इस तरह 1/7 1/2 3/4 2/5 5/9 9 5 4 2 7 they all the denominators are different so they are all unlike fractions।
So these are the most basic definitions and the classification of some of the fractions. There are few more things which we are going to discuss in next part. Now we come to the arithmetical operations of fractions. We will talk about only addition and the subtraction in this video. So समान भिन्नां ਨੂੰ जोड़ना. First we start with the easier one, that is the like fractions, which is very easy. Adding like fractions. What to do when we are asked to add two or more like fractions? So what should we do? Just add the numerators as we add the numbers and keep the denominator as it is. अर्थात अंशां ਨੂੰ जोड़ो ਅਤੇ हर ਉਹੀ ਰਹਿਣ ਦਿਓ. आओ उदाहरण राਹੀਂ इस गल ਨੂੰ समझिए. देखो फॉर एग्जाम्पल मसलन 1/5 जमा 2/5. ਹੁਣ देखो 5 ਇੱਥੇ 5 ਤੇ ਇੱਥੇ 5. ਇਹ ਕੀ ਹੈਗਾ? समान भिन्न like fractions. So मैं की किया कि just add the numerators and keep the denominator. So मैं इत्थे लाइन पाई, जो denominator like सीगा इत्थे वो मैं इत्थे 5 लिख देता. So I just added 1 plus 2 which is 3. So answer is 3/5. It is as simple as this. Okay, now one more example. 2/7 plus 3/7. So I draw a line here. I put 7 here because I have 7s here. So 2 plus 3 is 5. So answer is 5/7. इसी तरह let's take now three fractions. 1/11, 2/11, 4/11. So again these are like terms, these are like fractions. So I draw a line here little longer. I put 11 down below, which is denominator. Then I add 1 plus 3 plus 4. So 1 plus 3 plus 4 is 8. So answer is 8 plus 11. So simple. Okay, now let us take four fractions which are like fractions. So 1/13 plus 2/13 plus 3/13 plus 4/13. So we write it like this. I write 13 here. So I put the numerators like this, 1 plus 2 plus 3 plus 4 which is equal to 10. So answer is 10/13. 10/13 आंसर साडा आ गया. ਇਹ बड़ा सौखा है. ਹੁਣ एक होर उदाहरण ले लीए. 3/10 जमा 5/10. ओके, सो असी 10 लिख दिता. इत्थे 3 जमा 5 लिख दिता. 3 जमा 5 8. सो 8/10. ਹੁਣ 8 भी 2 ਨਾਲ ਭਾਗ ਹੋ ਜਾਂਦਾ, 10 भी 2 ਨਾਲ ਭਾਗ ਹੋ ਜਾਂਦਾ, ਤੇ ਮੈਂ ਸਿੰਪਲੀਫਾਈ ਕਰ ਦਿੱਤਾ, ਰਿਡਿਊਸ ਕਰ ਦਿੱਤਾ. ਵੀ ਸੇ ਰਿਡਿਊਸਿੰਗ ਦੀ ਫ੍ਰੈਕਸ਼ਨ ਟੂ ਇਟਸ ਸਿੰਪਲੈਸਟ ਫਾਰਮ. ਠੀਕ ਹੈ, ਇਹਦੇ ਬਾਰੇ ਅਗਲੀ ਵੀਡੀਓ 'ਚ ਅਸੀਂ ਡਿਟੇਲ 'ਚ ਕਰਾਂਗੇ ਗੱਲ. ਪਰ ਇਹ 2 ਚੌਕੇ 8, 4, 2 ਪੰਜੇ 10, 2 5 ਦਾ 10. ਸੋ ਆਂਸਰ ਆ ਗਿਆ 4/5. So as you have seen students, that adding like fractions is a piece of cake. In fact, after some practice you will be able to do it orally without paper and pen. So just look at the fractions. If the fractions are like, just retain the denominator and add the numerators. Leave the denominator as it is and just add the numerators. ਇਹਦਾ ਮਤਲਬ ਹੈ ਵੀ ਬੱਚਿਓ, ਜੋ ਹਰ ਹੈ ਸਮਾਨ ਭਿੰਨਾਂ ਵਿੱਚ ਜੋ ਹਰ ਹੈ ਉਹਨੂੰ ਉੱਦਾਂ ਹੀ ਰਹਿਣ ਦਿਓ ਅਤੇ ਜਿਹੜੇ ਤੁਹਾਡੇ ਕੋਲ ਅੰਸ਼ ਹੈਗੇ ਨੇ ਉਹ ਸਾਰਿਆਂ ਨੂੰ ਜੋੜ ਦਿਓ ਤੇ ਤੁਹਾਡਾ ਆ ਜਾਏਗਾ ਆਨਸਰ. ਆਓ ਹੁਣ ਅਗਲੇ ਪੜਾਅ ਵੱਲ ਵਧੀਏ. ਲੈਟਸ ਗੋ ਟੂ ਦੀ ਨੈਕਸਟ ਸਟੈਪ. ਓਕੇ, ਸਮਾਨ ਭਿੰਨਾਂ ਨੂੰ ਘਟਾਉਣਾ. ਨਾਓ ਸਬਟਰੈਕਟਿੰਗ ਲਾਈਕ ਫ੍ਰੈਕਸ਼ਨਸ. ਓਕੇ, ਸੋ ਇਹਦੇ ਵਿੱਚ ਕੀ ਹੈ? ਸਬਟਰੈਕਟ ਦੀ ਨਿਊਮਰੇਟਰਸ ਐਜ਼ ਇਜ਼ ਡਨ ਵਿਦ ਇੰਟੀਜਰਸ ਐਂਡ ਕੀਪ ਦੀ ਡਿਨੋਮੀਨੇਟਰ ਐਜ਼ ਇਟ ਇਜ਼. ਅੰਸ਼ਾਂ ਨੂੰ ਪੂਰਨ ਸੰਖਿਆਵਾਂ ਦੀ ਤਰ੍ਹਾਂ ਘਟਾਓ ਅਤੇ ਹਰ ਉਹੀ ਰਹਿਣ ਦਿਓ. It is quite similar to the operation of addition, but here because minus is involved, so we may get a negative fraction as well, like we get in integers. So we have to be little careful. But do not worry, the procedure is exactly same as what we did while adding the like fractions. So we have to carry out the operation of subtraction onto the numerators and do not touch the denominator. Let us understand this with examples. Okay, we have examples. 5/7 minus 2/7. So I draw a line here and I write 7 here because I have two 7s here. Okay, so I write 5, I write minus here, so here is 5 and 2. So 5 minus 2, 5 minus 2 is 3, so 3/7. So simple. Another example, 2/9, 2/9 minus 4/9.
So it's all, both are 9s, so they are like fractions. So I write 9 here, and 2 minus 4, 2 minus 4. Now 4 is bigger, so 4 minus 2 is 2, but 4 carries a negative sign. I cannot subtract 4 from 2. So what will happen? As we do with the integers, I put negative sign here. So it becomes minus 2 upon 9, because it is 2 minus 4, not 4 minus 2. Had it been 4 minus 2, I would have written here 2 upon 9. But dear students, it is 2 minus 4. So I put minus sign here. Okay. Now 6 upon 11, minus 2 upon 11, minus 1 upon 11. Okay, let's do this. Again, it's very simple. I draw a longer line because I have 3 fractions. I put 11 here, and I put minus, minus. So I put minus, minus. Here is 6, here is 2, here is 1. So I put 6 here, I put 2 here, I put 1 here. Now minus 2, minus 1 is minus 3. So I put 6 minus 3. Because how do you add two minus numbers? You just add them together and put the minus sign. So minus 2 minus 1 is minus 3. So 6 minus 3 is 3, is equal to 3 upon 11. Okay. Now one more example. 3 upon 13 minus 5 upon 13 minus 2 upon 13. ठीक है. Again it's a like fraction. समान पे नहीं है ना एक को. So मैं इथे लिख देता, लाइन ड्रॉ कर देती, इथे मैं 13 लिख देता, 13 लिख देता इथे. सो इथे मैं लिख देता 3, इथे 3 लिख देता, फिर इथे माइनस है, मैं इथे माइनस लिख देता, फिर इथे 5 है, मैं इथे 5 लिख देता, फिर इथे माइनस है, मैं माइनस लिख देता, फिर इथे 2 है, मैं इथे 2 लिख देता. नाउ minus 5 minus 2 is minus 7, so minus 7. Here is 3, here is 3. Now 3 minus 7 is minus 4. 7 minus 3 is 4, but 3 minus 7 is minus 4. So answer is minus 4 upon 13. So this is how we subtract like fractions. So dear students, we have completed the addition of like fractions and the subtraction of like fractions. Now we move on to the addition and subtraction of unlike fractions. Now you listen very carefully. Do not look here and there, because I am going to explain the operation of addition and subtraction of like and I am going to explain the subtraction of like and unlike fractions verbally. So listen very carefully to the instructions which I will be giving along with the examples. देखो असमान भिन्नां नूं जोड़ना. हुण एडिंग अनलाइक फ्रैक्शंस, ਜਿਹੜੀਆਂ असमान भिन्नां ਨੂੰ ਕਿੱਦਾਂ जोड़ना है. सो ਇਹਦਾ मैं ਕੀ ਦਿੱਤਾ ਹੈ, ਲਿਸਨ ਟੂ ਦੀ ਵਰਬਲ ਇੰਸਟਰਕਸ਼ਨਸ ਗਿਵਨ ਵਿਦ ਐਗਜ਼ਾਮਪਲਸ. ਉਦਾਹਰਨਾਂ ਨਾਲ ਸਮਝਾਈ ਵਿਧੀ ਨੂੰ ਧਿਆਨ ਨਾਲ ਸੁਣੋ. ਹੁਣ ਅੱਗੇ ਉਦਾਹਰਨ ਆਣਗੇ ਤੇ ਮੈਂ ਨਾਲ ਤੁਹਾਨੂੰ ਇਹ ਮੇਰਾ ਜਿਹੜਾ ਲਾਲ ਰੰਗ ਦੀ ਡਾਟ ਹੈ ਚੱਲੇਗੀ, ਇਹਦੇ ਨਾਲ ਦੇਖਿਓ ਧਿਆਨ ਨਾਲ ਤੇ ਮੈਂ ਕੁਝ ਬੋਲ ਕੇ ਦੱਸਾਂਗਾ. ਠੀਕ ਹੈ, ਆਓ ਦੇਖੋ ਹੁਣ. ਓਕੇ, ਇਹ ਆ ਗਿਆ ਹੁਣ ਜਿਹਦਾ 1/3 ਜਮਾ 1/5. ਹੁਣ ਦੇਖੋ 3 ਵੱਖਰਾ ਹੈ, 5 ਵੱਖਰਾ ਹੈ. ਸੋ these are not like fractions, these are unlike fractions. So बच्चों की करना है, first draw a line. Draw a line. इत्थे की है प्लस है, so write down plus here. पहला काम है करना है, सेंटर च प्लस लिख देना है, लाइन ड्रॉ कर देती. थल्ले की करना है, ये दो है ने हर इन्हों गुणा कर देना है 3 into 5. ठीक है. In all the sums we will follow this 3 into 5. जिले तुसी 4-5 सवाल कर लोगे, after you have done 4-5 questions you will become proficient, you will become expert in that. Now we do cross multiplication. 1 into 5. इनू इन्ना गुणा करना है, so 1 into 5. ते 3 नू 1 ना गुणा करना है, 3 into 1. So 1 into 3. Now 1 into 5 is 5. 1 into 3 is 3. And 3 into 5 is 15. ठीक है. So 5 plus 3 is 8 and answer is 8 upon 15. So simple. Next example. 2 upon 7 plus 3 upon 8. So draw a line. Plus sign here because it is plus. So 7 into 8, 7 into 8. Now 2 into 8 and 3 into 7. So 2 into 8 plus 3 into 7. 2 into 8 is 16, 3 into 7 is 21, 7 into 8 is 56. So 16 plus 21 is 37 and answer is 37 upon 56. ਇਹ ਆਂਸਰ ਆ ਗਿਆ. ਹੁਣ ਬੱਚਿਓ ਇਹ ਆ ਗਿਆ 1 ਜਮਾ 1/4. ਜਦੋਂ ਇਦਾਂ ਆ ਜਾਏ ਫਿਰ ਕੀ ਕਰਨਾ ਹੈ, what to do?
ऑलवेज रिमेंबर बच्चों, ऑलवेज रिमेंबर स्टूडेंट्स, बच्चे याद रखो कि 1 कैन बी रिटन एज 1/1। ਜਿਹੜਾ 1 ਹੈਗਾ ਇਹਨੂੰ 1/1 ਕਰਕੇ ਲਿਖਿਆ ਜਾ ਸਕਦਾ ਹੈ। ਕੋਈ ਵੀ ਸੰਖਿਆ ਹੋਵੇ, ਕੋਈ ਜੇ ਇੱਥੇ 2 ਹੁੰਦਾ ਤੇ ਮੈਂ ਲਿਖਣਾ 2/1, ਜੇ 3 ਹੁੰਦਾ ਮੈਂ ਲਿਖਣਾ 3/1, ਜੇ 4 ਹੁੰਦਾ 4/1। किसी भी संख्या ਨੂੰ बटा 1 करके लिखिया जा सकता है, याद रखना, ठीक है। सो 1 आई राइट 1/1। ਹੁਣ देखो ਇਹ 1 है या 4 है, सो इट इज़ अनलाइक फ्रैक्शन। सो मैं इतने लाइन ड्रॉ कर देती। सो मैं लिख देता 1 × 4 1 × 4। सो 1 × 4 1 × 4, 1 × 1 1 × 1। सो 1 × 4 is 4, 1 × 1 is 1 and 1 × 4 is 4। सो 4 + 1 is 5 एंड आंसर इज 5/4। सो सिंपल, कितना आसान है, देखो ना बच्चों। हूँ जो बच्चों साढ़े को 3 फ्रैक्शन आ जाए, 2 तो वध आ जाए, फिर की करना है, देखो 1/2, 2/3 तो 3/5। 5 है या 3 है या 2 है, दे आर ऑल अनलाइक फ्रैक्शंस, असमान भिन्ना ने। तो यह बच्चों तरीका है कि कोई भी 2 ले लो, पहले कोई भी 2 ले लो। मैं 2 पहलियाँ 2 ले लिया, इन्होंने ब्रैकेट च पाता। पहले मैं ये निपटांगा, ठीक है ना। ਹੁਣ देखो तो नाल मैं इनू जो +3/5 आई जस्ट राइट इट लाइक दैट। हूँ मैं इनू की किया, यह 2 हो गई, मैं इनू मनांगा कि मेरे को 2 है, ठीक है। सो वट आई डू इज़ 2 × 3 2 × 3, 1 × 3 1 × 3, 2 × 2 2 × 2, यह हो गया। मैं ब्रैकेट पाता तो जमा 3/5 इस तरह ही है सेम। सो है 1 × 3 इज़ 3, 2 × 2 इज़ 4, 2 × 3 is 6। सो है हो गया 3 + 4 is 7 एंड बाय 6 तो इतने +3/5 है गई है। तो मेरे को क्या आ गया बच्चों 7/6। देखो 3 + 4 7 7/6 आ गया। तो जोड़ा बचा सीगा 3 + 3/5, इट इज़ जस्ट लाइक दैट। नाउ इट हैज़ बिकम अनदर क्वेश्चन। आई हैव गॉट 2 फ्रैक्शंस अगेन। सो आई प्रोसीड एज आई डिड बिफोर। सो मैं की करांगा जिदा मैं पहले की तो उदा करांगा। मैं लाइन ड्रॉ करती 6 × 5, ओके, फिर 7 × 5, फिर 6 × 3, 7 × 5 जमा 3 × 6 आ गया। सो 7 × 5 35, 3 × 6 18, सो 35 और 6 × 5 30 आ गया। सो 35 + 18 इज़ 53 बटा 30, 53/30 इज़ द आंसर। नाउ वी मूव ऑन टू द सबट्रैक्शन ऑफ अनलाइक फ्रैक्शंस। असमान भिन्नां नूं घटाउणा, सबट्रैक्टिंग अनलाइक फ्रैक्शंस। अगेन लिसन टू दी वर्बल इंस्ट्रक्शंस गिवन विद एग्जांपल्स। उदाहरणां नाल समझाई विधि नूं ध्यान नाल सुनो। ओके, सो वी हैव 5/4 - 3/7। द प्रोसीजर इज़ क्वाइट सिमिलर टू वट वी डिड इन एडिशन। जिवें असीं जोड़ दा काम कीता सी उही विधि हैगी है। तो लाइन ड्रॉ करनी है, बस फर्क इन्ना है कि उत्थे प्लस पा रहे थे, इतने माइनस पा देंगे। हूँ इतने माइनस आ गया। सो 4 × 7 4 × 7, 5 × 7 4 × 3, 5 × 7 4 × 3, ठीक है। सो 5 7 35, 3 4 12, सो 35 - 12 एंड 4 × 7 इज़ 28। सो है कि आ गया 23/28 इज़ द आंसर। ओके, वन मोर एग्जाम्पल 2/3 - 6/7। सो इनू इदा लिख दिता, it is minus here, so minus here. So 3 × 7 3 × 7, 2 × 7 6 × 3, 2 × 7 6 × 3, 2 × 7 is 14, 6 × 3 is 18. So 14 - 18/21, because 3 × 7 is 21. Now 18 - 14 is 4, but 14 - 18 is -4. So answer is -4/21. Okay, now again 1, we have 1 here, 1 - 8/11. what do we do? As I told you before, मैं जिदा पहले दसिया कि एक नू की करना बच्चों, एक नू 1/1 लिख लेना। ओके, -8/11। देखो ये फ्रैक्शन बन गए 2। ओके, लाइन ड्रॉ कर देती। हूँ आ गया 1 × 11, 1 × 11, 1 × 11, 1 × 11, इतने माइनस है, इतने माइनस लगाता। 8 × 1 8 × 1, सो 11 × 11, 8 × 1 8, 11 - 8, 11 × 11/11। सो 11 × 8 गया 3, सो आंसर आ गया 3/11, 3/11। ओके, नेक्स्ट क्वेश्चन, फोर्थ एग्जाम्पल 8/9 - 3/4 - 1/5।
इत्थे हुण बच्चे 3 फ्रैक्शन हैगे ने। वट डू वी डू? हुण 3 फ्रैक्शन नूं किवें घटाना है? पहले 3/4 नूं घटाना है, फिर 1/5 नूं घटाना है। जिस तरह असीं एडिशन विच कीता सी बच्चों, असीं पहले 2 नूं लै लांगे, ਇਹ 2 नूं, ठीक है। तो इत्थे ब्रैकेट पाता, ठीक है बच्चों। सो हैगा 8/9 माइनस 3/4, तो इत्थे हैगा -1/5, ठीक है। हुण मैं की कीता, इत्थे लाइन ड्रॉ कर दित्ती, तो मैं करता 9 × 4, 9 × 4, फिर मैं करता 8 × 4, 8 × 4, फिर मैं करता 3 × 9, मैं करता 3 × 9, तो इत्थे हैगा माइनस, देखो इत्थे माइनस हैगा, सो इत्थे भी माइनस हैगा। सो है कि इतने -1/5 है वाला -1/5, आई राइट इट एज इट इज़, जिस तरह मैं उधर लिख देना, इन्हों कुछ नहीं करना हाले। सो इज इक्वल टू है कि आ गया 8 4 32, तो इधर आ गया -3 9 27, तो थले आ गया 4 9 36, तो नाल में लिख दिता -1/5 विच इज़ हेयर सेम एट इज़। हुण 32 - 27 कितना हो गया? 5, थले आ गया 36, 5/36 -1/5 which was here, okay. So now these are two fractions again, unlike fractions, so I again draw a line, okay. So 36 × 5, then 5 × 5, 1 × 36, 5 × 5 minus 1 × 36, so 5 × 5 is 25, 1 × 36 is minus इत्थे हैगा ये माइनस हैगा पहले है ना, माइनस से लगाता, so 1 × 36 is 36, 25 minus 36 is -11, because we are subtracting a bigger number from smaller number, so we'll put minus sign here. If I were to subtract 25 from 36, I would be getting +11 here, but I am subtracting 36 out of 25, so what I get is -11, and 36 × 5 is 180, because 5 6 the 30, 3 carry, 5 3 the 15, 15 plus 3 is 18, so 180 180 आ गया। सो -11/180, क्योंकि 5 6 30, 5 3 15, 15 3 18, 180, so my answer is -11/180. So dear students, with this we come to the end of this video. This was the most basic of our subject on fractions, in which we covered the definition of fraction, then we talked about the proper fraction, improper fraction, then like fractions and unlike fractions, and then we studied about the addition and subtraction of like fractions and unlike fractions. I hope this video was helpful to you in understanding the concepts and definition related to fractions. For more videos related to education, math concepts, Gurbani and puzzles, do subscribe to this channel and also share and like the videos. So प्यारे विद्यार्थियों, ਤੁਸੀਂ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓਜ਼ ਨੂੰ ਲਾਈਕ ਅਤੇ ਸ਼ੇਅਰ ਕਰੋ, ਅਤੇ ਹੋਰ ਵਿਦਿਆਰਥੀਆਂ ਨੂੰ ਵੀ ਦੱਸੋ ਕਿ ਇਸ ਚੈਨਲ ਦੇ ਉੱਤੇ 5th 6th 7th ਦੇ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੇ ਜਿਹੜੇ ਅੰਗਰੇਜ਼ੀ ਦੇ ਲੈਸਨ ਨੇ ਉਹ ਵੀ ਪਾਏ ਜਾਂਦੇ ਨੇ, ਤੇ 8th 9th 10th ਦੀ ਕਿਤਾਬ ਜਿਹੜੀ ਹੈ ਮੈਥ ਦੀ, ਗਣਿਤ ਦੀ, ਉਹ ਸਾਰੀ ਸੋਲਵ ਕਰਕੇ, ਸਾਰੇ ਸਵਾਲ ਹੱਲ ਕਰਕੇ ਵੀਡੀਓ ਬਣਾ ਕੇ ਇਹਦੇ ਉੱਤੇ ਪਾਏ ਹੋਏ ਨੇ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰੱਖਾ। Thank you very much. God bless you all.